गुड मॉर्निंग दोस्तों। ਅੱਜ ਆਪਾਂ ਗੱਲ ਕਰਾਂਗੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਐਜ਼ ਅਮੈਂਡਡ ਇਨ 2018। ਦੇਖੋ ਜੇ ਆਪਣਾ ਟੌਪਿਕ ਦੇਖੀਏ ਆਪਾਂ ਕਰਪਸ਼ਨ ਹੈ ਜਿਹੜੀ ਉਹ ਇੱਕ ਆਪਣੀ ਇੰਡੀਆ ਦੇ ਜਿਹੜੇ ਸਿਟੀਜ਼ਨ ਆਪਾਂ ਨੇ ਅਡਾਪਟ ਹੀ ਕਰ ਲਿਆ ਕਿ ਇਟ ਇਜ਼ ਅ ਸਿਸਟਮ। ਇਹਦੇ ਆਪਣੇ ਇੰਡੀਆ ਦੇ ਵਿੱਚ ਕਰਪਸ਼ਨ ਬਹੁਤ ਹੈ ਅਤੇ ਐਜ਼ ਇਟ ਇਜ਼ ਰਹੇਗੀ, ਠੀਕ ਹੈ। ਬਟ ਗੌਰਮੈਂਟ ਆਫ ਇੰਡੀਆ ਨੇ ਇਸਨੂੰ ਮਤਲਬ ਰੋਕਣ ਦੇ ਲਈ ਕਾਫੀ ਐਕਟ ਪਾਸ ਕੀਤੇ ਨੇ। ਇਹਨਾਂ ਵਿੱਚੋਂ ਇੱਕ ਮੇਨ ਜੋ ਐਕਟ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988, ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਕਿਉਂਕਿ ਐਕਟ ਜੋ ਵੀ ਸੋਸ਼ਲ ਇਸ਼ੂਜ਼ ਆ ਹੁੰਦੇ ਆ ਆਪਣੇ ਕਿਸੇ ਵੀ ਸੁਸਾਇਟੀ ਦੇ ਵਿੱਚ, ਉਹਨਾਂ ਦੇ ਵਿੱਚ ਐਕਟ ਤਾਂ ਕੰਮ ਕਰਦਾ ਹੀ ਕਰਦਾ। ਉਸ ਤੋਂ ਜ਼ਿਆਦਾ ਹੈ ਕਿ ਜਿੰਨੀ ਅਵੇਅਰਨੈਸ ਹੋਏਗੀ ਕਿਸੇ ਐਕਟ ਦੇ ਬਾਰੇ ਉਸ ਦਾ ਜ਼ਿਆਦਾ ਇਫੈਕਟਿਵ ਹੋਏਗਾ। ਸੋ ਲੈਟਸ ਸਟਾਰਟ ਦਾ ਟੋਪਿਕ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਕਰਪਸ਼ਨ ਕੀ ਹੈ ਦੋਸਤੋ? ਕਰਪਸ਼ਨ ਦੀ ਜੇ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੇਖਦੇ ਹਾਂ ਤਾਂ ਇਹਦਾ ਮਤਲਬ ਹੈ ਇਟ ਇਜ਼ ਦਾ dishonest activity by those who are in the power, for example bribe given to the government servant, taking gratification other than the legal remuneration। ਦੇਖੋ ਮੇਨ ਕੀ ਹੈ ਕਿ ਕਰਪਸ਼ਨ ਕੁਛ ਵੀ ਹੈ। ਕਰਪਸ਼ਨ ਉਹ ਹੈ ਕਿ ਜੇ ਆਪਾਂ ਕੋਈ ਪਬਲਿਕ ਸਰਵੈਂਟ ਤੋਂ ਜਾਂ ਗਵਰਨਮੈਂਟ ਸਰਵੈਂਟ ਹੈ ਜੋ ਕਿਸੇ ਪਾਵਰ ਜਾਂ ਡੈਜ਼ੀਗਨੇਸ਼ਨ ਅਹੁਦੇ 'ਤੇ ਬੈਠਾ, ਉਸ ਤੋਂ ਆਪਾਂ ਨੂੰ ਕੋਈ ਕੰਮ ਪੈਂਦਾ ਹੀ ਰਹਿੰਦਾ ਪਬਲਿਕ ਨੂੰ, ਤਾਂ ਉਸਦੇ ਬਦਲੇ ਉਸਨੂੰ ਕੰਮ ਕਰਾਉਣ ਦੇ ਬਦਲੇ ਉਹ ਆਪਾਂ ਤੋਂ ਕੁਛ ਅਲੱਗ ਤਰ੍ਹਾਂ ਦਾ ਕੋਈ ਗਿਫਟ ਜਾਂ ਕੁਛ ਮਨੀ ਡਿਮਾਂਡ ਕਰਦਾ, ਉਸਨੂੰ ਆਪਾਂ ਕਰਪਸ਼ਨ ਦੀ ਜੋ ਡੈਫੀਨੇਸ਼ਨ ਦੇ ਵਿੱਚ ਰੱਖਦੇ ਹਾਂ। ਲੀਗਲ ਰੀਨਿਊਮਰੇਸ਼ਨ, ਜੋ ਆਪਣੀ ਤਨਖਾਹ ਤੋਂ ਜ਼ਿਆਦਾ ਜਾਂ ਉਸ ਜੋ ਫੋਰ ਐਗਜ਼ਾਮਪਲ ਕੁਛ ਪਬਲਿਕ ਸਰਵਿਸ ਜੋ ਪ੍ਰੋਵਾਈਡ ਕਰਦੇ ਹੈ ਕਾਫੀ ਆਫਿਸਿਸ, ਅਤੇ ਉਹਨਾਂ ਦੇ ਵਿੱਚ ਜੋ ਕੋਈ ਚਾਰਜੇਬਲ ਫੀਸ ਤੋਂ ਜ਼ਿਆਦਾ ਉਹ ਆਪਣੇ ਤੋਂ ਕੁਛ ਮਨੀ ਡਿਮਾਂਡ ਕਰਦੇ, ਉਸਨੂੰ ਆਪਾਂ ਕਰਪਸ਼ਨ ਦੀ ਡੈਫੀਨੇਸ਼ਨ ਦੇ ਵਿੱਚ ਰੱਖਦੇ ਹਾਂ। ਅਤੇ ਜਿਹੜਾ ਇਹ ਐਕਟ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988, ਇਹ 19 ਸਤੰਬਰ 1988 ਦੇ ਵਿੱਚ ਇਨੈਕਟ ਹੋਇਆ ਸੀ। ਇਹਦਾ ਜੋ ਮਿਸ਼ਨ ਹੈ ਟੂ ਇਰੈਡੀਕੇਟ ਕਰਪਸ਼ਨ ਇਨ ਪਬਲਿਕ ਆਫਿਸਿਸ ਇਨ ਗਵਰਨਮੈਂਟ ਆਫ ਇੰਡੀਆ। ਆਪਾਂ ਪਾਰਟੀਕੂਲਰਲੀ ਅੱਜ ਜਿਹੜੀ ਗੱਲ ਕਰਾਂਗੇ ਪੰਜਾਬ ਦੇ ਰਿਗਾਰਡਿੰਗ ਕਰਾਂਗੇ। ਵੈਸੇ ਜਿਹੜਾ ਇਹ ਐਕਟ ਹੈ ਆਲ ਓਵਰ ਇੰਡੀਆ ਦੇ ਵਿੱਚ ਐਪਲੀਕੇਬਲ ਹੈ। ਇਹਦਾ ਇਰੈਡੀਕੇਟ ਮੀਨਸ ਟੂ ਘਟਾਉਣਾ ਕਿਸੇ ਚੀਜ਼ ਨੂੰ, ਜਿਹੜੀ ਕਰਪਸ਼ਨ ਹੈ ਉਸਨੂੰ ਨੱਥ ਪਾਈ ਜਾਣੀ, ਇਸ ਦਾ ਮਿਸ਼ਨ ਹੈ। ਅਤੇ ਅੱਗੇ ਚੱਲਦੇ ਹਾਂ ਆਪਾਂ। ਜਿਹੜਾ ਦੇਖਿਆ ਜਾਏ ਆਪਾਂ ਜੇ ਪੰਜਾਬ ਦਾ ਬੇਸਿਕਲੀ ਆਪਾਂ ਜੇ ਪੰਜਾਬ ਦਾ ਓਵਰਵਿਊ ਕਰਾਂਗੇ, ਜੋ ਔਰਗੇਨਾਈਜੇਸ਼ਨ ਸੈਟਅਪ ਆਫ ਦਾ ਡਿਪਾਰਟਮੈਂਟ ਹੈ, ਇਹਦੇ ਜਿਹੜੇ ਮਿਨਿਸਟਰ ਇੰਚਾਰਜ ਨੇ, ਚੀਫ ਮਿਨਿਸਟਰ ਨੇ, ਜੋ ਪੰਜਾਬ ਦੇ ਚੀਫ ਮਿਨਿਸਟਰ ਹੁੰਦੇ ਆ ਕਰੰਟਲੀ, ਉਹ ਇਸ ਦੇ ਚੀਫ ਮਿਨਿਸਟਰ ਇੰਚਾਰਜ ਨੇ। ਉਸ ਤੋਂ ਨੀਚੇ ਚੀਫ ਸੈਕਰੇਟਰੀ ਟੂ ਗਵਰਨਮੈਂਟ ਆਫ ਪੰਜਾਬ, ਪ੍ਰਿੰਸੀਪਲ ਸੈਕਰੇਟਰੀ ਆਫ ਦਾ ਡਿਪਾਰਟਮੈਂਟ, ਵਿਜੀਲੈਂਸ ਡਿਪਾਰਟਮੈਂਟ ਦੇ ਨਾਮ ਨਾਲ ਇਸ ਨੂੰ ਜਾਣਦੇ ਹਾਂ। ਅਤੇ ਦੇਖਿਆ ਜਾਵੇ ਤਾਂ ਇਹ ਜਿਹੜੀ ਇਹ ਇੱਕ ਡਿਪਾਰਟਮੈਂਟ ਹੈ, ਇਸ ਦੇ ਵਿੱਚ ਜੋ ਵੀ ਔਰਗੇਨਾਈਜੇਸ਼ਨ ਜਾਂ ਜੋ ਵੀ ਸੈਟਅਪ ਕੰਮ ਕਰਦਾ ਉਸਦੇ ਬਾਰੇ ਆਪਾਂ 1 ਬਾਏ 1 ਡਿਸਕਸ ਕਰਾਂਗੇ। ਇੱਕ ਇਸ ਦੇ ਰਿਗਾਰਡਿੰਗ ਜਿੱਦਾਂ ਸੈਂਟਰ ਗੌਰਮੈਂਟ ਦੇ ਵਿੱਚ ਆਪਣੇ ਜੋ ਚੀਫ ਵਿਜੀਲੈਂਸ ਕਮਿਸ਼ਨ ਹੈ ਉਸਦੀ ਤਰਜ਼ 'ਤੇ ਆਪਣੇ ਪੰਜਾਬ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਬਾਡੀਜ਼ ਜਾਂ ਸੈਚੂਟਰੀ ਬਾਡੀਜ਼ ਐਗਜ਼ਿਸਟ ਕਰਦੀਆਂ ਨੇ। ਮੇਨ ਜਿਹੜੇ 3 ਮੇਨ ਪਾਰਟ ਨੇ, ਲੋਕਪਾਲ, ਵਿਜੀਲੈਂਸ ਕਮਿਸ਼ਨ ਹੈ, ਵਿਜੀਲੈਂਸ ਬਿਊਰੋ। ਜਿਹੜੇ ਇੱਥੇ ਵਿਜੀਲੈਂਸ ਬਿਊਰੋ ਹੈ ਜੋ ਮੇਨ ਰੋਲ ਅਦਾ ਕਰਦਾ, ਇਹ ਇੱਕ ਇਨਵੈਸਟੀਗੇਸ਼ਨ ਏਜੰਸੀ ਦੇ ਤੌਰ 'ਤੇ ਕੰਮ ਕਰਦਾ। ਔਰ ਜੇ ਦੇਖਿਆ ਜਾਵੇ ਵਿਜੀਲੈਂਸ ਕਮਿਸ਼ਨ, ਇਹ ਇੱਕ ਕਮਿਸ਼ਨ ਹੈ ਜੋ ਮਤਲਬ ਇਹ ਕਰੰਟਲੀ ਇਹਦਾ ਜੋ ਐਕਟ ਹੈ ਵਿਜੀਲੈਂਸ ਕਮਿਸ਼ਨ ਐਕਟ 2020 ਦੇ ਵਿੱਚ ਆਇਆ। ਇਸ ਦੇ ਜਿਹੜੇ ਹੈੱਡ ਨੇ ਉਹ ਚੀਫ ਵਿਜੀਲੈਂਸ ਕਮਿਸ਼ਨਰ ਨੇ। ਅੱਗੇ ਇਸ ਦੇ ਬਾਰੇ ਆਪਾਂ 1 ਬਾਏ 1 ਗੱਲ ਕਰਦੇ ਹਾਂ। ਅਤੇ ਮੇਨ ਦੇਖਦੇ ਹਾਂ ਜਿਹੜਾ ਡਿਪਾਰਟਮੈਂਟ ਹੈ, ਇਹ 3 ਜਿਹੜੇ ਇਹਦੇ ਮੇਨ ਜੋ ਹੈ ਨੇ, ਲੋਕਪਾਲ, ਲੋਕਯੁਕਤਾ। ਦੇਖੋ ਜਿਹੜਾ ਲੋਕਪਾਲ ਸੈਂਟਰ ਦੇ ਵਿੱਚ ਜਿਹੜਾ ਐਮਬੰਡਸਮੈਨ ਪਰਸਨ ਜੋ ਅੰਨਾ ਹਜ਼ਾਰੇ ਜੀ ਨੇ ਮਤਲਬ ਮੂਵਮੈਂਟ ਚਲਾਇਆ ਸੀ, ਲੋਕਪਾਲ ਦੀ ਡਿਮਾਂਡ ਕੀਤੀ ਸੀ। 2013 ਦੇ ਵਿੱਚ ਇੱਕ ਐਕਟ ਪਾਸ ਹੋਇਆ ਲੋਕਪਾਲ ਐਕਟ। ਕੁਛ ਸਟੇਟ ਦੇ ਵਿੱਚ ਉਸ ਤੋਂ ਪਹਿਲਾਂ ਵੀ ਲੋਕਪਾਲ ਜੋ ਉਹਨਾਂ ਦੇ ਸਟੇਟ ਦੇ ਵਿੱਚ ਜੋ ਅਪੁਆਇੰਟ ਕੀਤੇ ਹੋਏ ਸੀ। ਇੱਥੇ ਕਹਿਣ ਦਾ ਮਤਲਬ ਹੈ ਜੋ ਸੈਂਟਰ ਗੌਰਮੈਂਟ ਦੇ ਵਿੱਚ ਲੋਕਪਾਲ ਕਹਿੰਦੇ ਆ ਇਸ ਅਥੋਰਿਟੀ ਨੂੰ, ਐਂਡ ਜੇ ਸਟੇਟ ਦੇ ਵਿੱਚ ਜੋ ਨੋਮੀਨੇਟਡ ਜਾਂ ਅਪੁਆਇੰਟਡ ਆਪਣੇ ਚੇਅਰਪਰਸਨ ਨੇ ਇਹਨੂੰ ਲੋਕਯੁਕਤਾ ਕਹਿੰਦੇ ਨੇ। ਦੇਖਿਆ ਜਾਵੇ 3 ਬਾਡੀਜ਼ ਨੇ, ਵਿਜੀਲੈਂਸ ਬਿਊਰੋ, ਲੋਕਪਾਲ, ਵਿਜੀਲੈਂਸ ਕਮਿਸ਼ਨ। ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਐਕਟ 2020 ਦੇ ਵਿੱਚ ਆਪਣੇ ਪਾਸ ਕੀਤਾ ਗੌਰਮੈਂਟ ਆਫ ਪੰਜਾਬ ਨੇ। ਇਹਨਾਂ ਦੇ ਵਿੱਚ ਜੋ ਸਟੇਟ ਚੀਫ ਵਿਜੀਲੈਂਸ ਕਮਿਸ਼ਨਰ ਅਪੁਆਇੰਟ ਕੀਤੇ ਗਏ ਨੇ ਐਂਡ ਸੈਕਰੇਟਰੀ ਵਿਜੀਲੈਂਸ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਆ। ਜਿਹੜੇ ਸਟੇਟ ਚੀਫ ਵਿਜੀਲੈਂਸ
ਕਮਿਸ਼ਨਰ ਨੇ ਉਹ ਅਪੋਇੰਟ ਕੀਤੇ ਗਏ ਨੇ ਗਵਰਨਰ ਆਫ ਪੰਜਾਬ। ਉਹ ਇੱਦਾਂ ਨਹੀਂ ਹੈ ਕਿ ਕਿਸੇ ਨੂੰ ਵੀ ਸਟੇਟ ਵਿਜੀਲੈਂਸ ਕਮਿਸ਼ਨਰ ਲਗਾ ਦਿੱਤਾ ਹੈ, ਉਹਦੇ ਲਈ ਵੀ ਗਵਰਨਰ ਨੂੰ ਜੋ ਆਨਰੇਬਲ ਗਵਰਨਰ ਨੂੰ ਮਤਲਬ ਰਿਕਮੈਂਡੇਸ਼ਨਸ ਜਾਂਦੀਆਂ ਨੇ, ਉਹਨਾਂ ਦੇ ਵਿੱਚ ਇੱਕ ਨਾਮ ਸਿਲੈਕਟ ਕਰਕੇ ਉਹਨਾਂ ਨੇ ਸਟੇਟ ਚੀਫ ਵਿਜੀਲੈਂਸ ਕਮਿਸ਼ਨਰ ਅਪੋਇੰਟ ਕੀਤਾ ਹੈ। ਤੁਸੀਂ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਣਾ ਕਿ ਇਸ ਟਾਈਮ ਜੋ ਸਟੇਟ ਚੀਫ ਵਿਜੀਲੈਂਸ ਕਮਿਸ਼ਨਰ ਨੇ ਉਹ ਕੌਣ ਨੇ। ਸੈਕਿੰਡ ਜੋ ਮੇਨ ਰੋਲ ਅਦਾ ਕਰਦੇ ਆ ਦੇਖੋ ਉਹ ਹੈ ਵਿਜੀਲੈਂਸ ਬਿਊਰੋ। ਵਿਜੀਲੈਂਸ ਬਿਊਰੋ ਇੱਥੇ ਐਜ਼ ਏ ਇਨਵੈਸਟੀਗੇਸ਼ਨ ਅਥਾਰਟੀ ਕੰਮ ਕਰਦੀ ਹੈ, ਜੋ ਹੂ ਮੋਨੀਟਰਸ ਆਲ ਦੀ ਕੇਸਿਸ ਆਫ ਬਰਾਈਬ, ਰੋਂਗ ਵੇ ਆਫ ਮੇਕਿੰਗ ਐਸੈਟਸ। ਦੇਖੋ ਕਰਪਸ਼ਨ ਦਾ ਮੀਨਿੰਗ ਇਕੱਲਾ ਇਹ ਨਹੀਂ ਹੈ ਕਿ ਤੁਸੀਂ ਕਿਸੇ ਪਬਲਿਕ ਆਫਿਸ ਦੇ ਵਿੱਚ ਕੰਮ ਕਰਾਉਣ ਗਏ ਹੋ ਅਤੇ ਕਿਸੇ ਆਫਿਸਰ ਜਾਂ ਉਹਨਾਂ ਦੇ ਜੋ ਵੀ ਨੀਚੇ ਕਰਿੰਦੇ ਕੰਮ ਕਰਦੇ ਉਹਨਾਂ ਨੇ ਤਾਂ ਬਰਾਈਬ ਦੀ ਕੰਮ ਕੀਤੀ, ਸਿਰਫ ਇਹੀ ਕਰਪਸ਼ਨ ਦੇ ਵਿੱਚ ਕੰਮ ਆਉਂਦੀ ਹੈ। ਫਾਰ ਐਗਜ਼ਾਮਪਲ ਕਿਸੇ ਪਬਲਿਕ ਸਰਵੈਂਟ ਨੇ ਆਪਣੀ ਮਤਲਬ ਜਿਹੜੇ ਉਸਦੇ ਜ਼ਰੀਏ ਨੇ ਆਮਦਨ ਦੇ ਉਸ ਤੋਂ ਵੀ ਵੱਧ ਜਾਇਦਾਦ ਬਣਾ ਲਈ ਹੈ, ਜਾਂ ਮਤਲਬ ਕਹਿ ਸਕਦੇ ਹਾਂ ਕਿ ਉਸਨੇ ਜੋ ਵੀ ਰੋਂਗ ਵੇਜ਼ ਦੇ ਨਾਲ ਮਨੀ ਇਕੱਤਰ ਕੀਤੀ ਹੈ, ਉਸਦੀ ਵੀ ਇਨਵੈਸਟੀਗੇਸ਼ਨ ਵਿਜੀਲੈਂਸ ਬਿਊਰੋ ਜਾਂ ਵਿਜੀਲੈਂਸ ਡਿਪਾਰਟਮੈਂਟ ਕਰਵਾ ਸਕਦਾ ਹੈ। ਹੁਣ ਦੇਖਿਆ ਜਾਵੇ ਤਾਂ ਥੋੜ੍ਹਾ ਜਿਹਾ ਆਪਾਂ ਔਰਗਨਾਈਜੇਸ਼ਨ ਸਟਰਕਚਰ ਥੋੜ੍ਹਾ ਜਿਹਾ ਡੀਲ ਕਰਦੇ ਹਾਂ ਤਾਂ ਸਟੇਟ ਗੌਰਮੈਂਟ ਆਫ ਪੰਜਾਬ ਦੇ ਵਿੱਚ ਕੀ ਹੈ ਕਿ ਜਿਹੜਾ ਹਰੇਕ ਡਿਪਾਰਟਮੈਂਟ ਹੈ ਉਹ ਇੱਕ ਚੀਫ ਵਿਜੀਲੈਂਸ ਆਫਿਸਰ ਨੋਮੀਨੇਟ ਕਰਦਾ, ਜਿਹਨੂੰ ਇੱਕ ID ਪਾਸਵਰਡ ਐਲੋਕੇਟ ਹੁੰਦਾ। ਅਤੇ ਜਿੰਨੇ ਵੀ ਕਿਸੇ ਡਿਪਾਰਟਮੈਂਟ ਦੇ ਵਿੱਚ ਜੋ ਵਿਜੀਲੈਂਸ ਦੇ ਮੁਕੱਦਮੇ ਦਰਜ ਹੁੰਦੇ ਨੇ ਤਾਂ ਉਹਦੀ ID ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ 'ਤੇ ਪਾਰਟੀਕੂਲਰ ਬੰਦੇ 'ਤੇ ਇਹ ਬੰਦਾ ਹੈ, ਕਿਉਂਕਿ ਉਹ ਸਾਰੇ ਬੰਦੇ ਇੱਕ ਨੈਗੇਟਿਵ ਲਿਸਟ ਦੇ ਵਿੱਚ ਐਡ ਹੋ ਜਾਂਦੇ ਆ। ਅਤੇ ਅੱਗੇ ਆਪਾਂ ਥੋੜ੍ਹੀ ਇਸ ਦੀ ਡਿਟੇਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਜੋ ਵਿਜੀਲੈਂਸ ਜੋ FIR ਦਰਜ ਹੁੰਦੀਆਂ ਨੇ, ਮੇਨ ਇਹਦੇ ਵਿੱਚ ਦੇਖੋ FIR ਵੀ ਹੋ ਸਕਦੀ ਹੈ ਵਿਜੀਲੈਂਸ, ਜਿਵੇਂ ਆਪਾਂ ਕਹਿੰਦੇ ਹਾਂ ਰੈੱਡ ਹੈਂਡਡ ਕਿਸੇ ਨੂੰ ਰਿਸ਼ਵਤ ਲੈਂਦੇ ਪਕੜਿਆ ਗਿਆ, ਕੰਪਲੇਂਟਸ ਹੋ ਸਕਦੀਆਂ, ਵਿਜੀਲੈਂਸ ਇਨਕੁਆਇਰੀਜ਼ ਹੋ ਸਕਦੀਆਂ। ਐਂਡ ਦੇਖੋ ਇਹਦਾ ਜੋ ਮੇਨ ਮੋਟਿਵ ਹੈ ਇਸ ਐਕਟ ਦਾ ਕਿ ਜੋ ਕਰਪਸ਼ਨ ਆ ਉਸਨੂੰ ਰੈਡੀਕੇਟ ਕਰਨਾ। ਇਸ ਦੇ ਵਿੱਚ ਇਹਨਾਂ ਨੂੰ ਕਾਫੀ ਪਾਵਰਸ ਐਲੋਕੇਟ ਕੀਤੀਆਂ ਗਈਆਂ ਡਿਪਾਰਟਮੈਂਟ ਨੂੰ। ਗੱਲ ਕਰੀਏ ਜੇ ਵਿਜੀਲੈਂਸ ਬਿਊਰੋ ਦੀ, ਵਿਜੀਲੈਂਸ ਬਿਊਰੋ ਇੱਕ ਅਥਾਰਟੀ ਹੈ ਜੋ ਇਨਵੈਸਟੀਗੇਟ ਕਰਦੀ ਹੈ ਸਾਰੇ ਇਹਨਾਂ ਦੇ ਕੇਸਿਸ ਨੂੰ। ਜੋ ਵਿਜੀਲੈਂਸ ਬਿਊਰੋ ਦੇ ਜਿੰਨੇ ਵੀ ਅਧਿਕਾਰੀ ਜੋ ਵੀ ਸਟਾਫ ਹੈ, ਉਹਨਾਂ ਜਿਹੜਾ ਪੇਰੈਂਟਿੰਗ ਮਤਲਬ ਡਿਪਾਰਟਮੈਂਟ ਹੈ ਉਹ ਤਾਂ ਹੋਮ ਡਿਪਾਰਟਮੈਂਟ ਹੈ, ਮਤਲਬ ਪੁਲਿਸ ਡਿਪਾਰਟਮੈਂਟ ਦੀ ਹੈ, ਬਟ ਉਹ ਡੈਪੂਟੇਸ਼ਨ 'ਤੇ ਆਫਿਸਰਸ ਨੂੰ ਉੱਥੇ ਜੋ ਵੀ ਹੈ ਮਤਲਬ ਉਹਨਾਂ ਨੂੰ ਡੈਪੂਟੇਸ਼ਨ 'ਤੇ ਉਹਨਾਂ ਨੂੰ ਡੈਜ਼ੀਗਨੇਟ ਕੀਤਾ ਹੁੰਦਾ ਤਾਂ ਜੋ ਉਹ ਆਪਣਾ ਕੰਮ ਵਿਦਾਊਟ ਐਨੀ ਪੋਲੀਟੀਕਲ ਔਰ ਐਗਜ਼ੀਕਿਊਟਿਵ ਇਨਫਲੂਐਂਸ 'ਤੇ ਆਪਣਾ ਇੰਡੀਪੈਂਡੈਂਟ ਕੰਮ ਕਰ ਸਕਣ। ਮੇਨ ਇਹਦੇ ਵਿੱਚ ਜੇ ਵੀ ਕੋਈ ਵੀ ਕਰਪਸ਼ਨ ਹੁੰਦੀ ਜਾਂ ਕੋਈ FIR ਦਰਜ ਹੁੰਦੀ ਹੈ, ਦੋ ਮੇਨ ਸੈਕਸ਼ਨ ਜਿਹੜੇ ਆ ਲੱਗਦੇ ਆ 7 and 13(2), ਠੀਕ ਹੈ। ਜੋ ਕ੍ਰਿਮੀਨਲ ਜੋ ਐਕਟੀਵਿਟੀਜ਼ ਹੈ ਉਹਨਾਂ ਦੇ ਰਿਗਾਰਡਿੰਗ ਜੋ ਵੀ ਮੁਕੱਦਮੇ ਦਰਜ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਧਾਰਾਵਾਂ ਦਾ ਇਨਕਲੂਡਡ ਹੁੰਦੀ ਹੈ। ਦੇਖਿਆ ਜਾਵੇ ਤਾਂ ਇਹ ਕੰਮ ਕਿਵੇਂ ਕਰਦੇ ਆ, ਜੋ ਵਿਜੀਲੈਂਸ ਬਿਊਰੋ ਹੈ ਉਹ ਇੱਦਾਂ ਨਹੀਂ ਹੈ ਕਿ ਵੀ ਕਿਸੇ 'ਤੇ ਵੀ ਮੁਕੱਦਮਾ ਦਰਜ ਕਰ ਲਿਆ, ਉਸਦੇ ਲਈ ਦੇਖੋ ਕਿਸੇ ਵੀ ਬੰਦੇ ਤੋਂ ਜੇ ਕੋਈ ਰੋਂਗ ਵੇਜ਼ ਨਾਲ ਡਿਮਾਂਡ ਕਰ ਰਿਹਾ ਪੈਸਾ, ਤਾਂ ਦੇਖੋ ਹਰ ਕੋਈ ਇਹ ਤਾਂ ਹੈ ਨਹੀਂ ਕਿ ਹਰ 'ਤੇ ਮੁਕੱਦਮਾ ਦਰਜ ਕਰ ਲਿਆ। ਫੋਰ ਐਗਜ਼ਾਮਪਲ ਇਹਦੇ ਵਿੱਚ ਅਵੇਅਰਨੈਸ ਜ਼ਰੂਰੀ ਹੈ, ਕਿਉਂਕਿ ਜ਼ਿਆਦਾਤਰ ਜੋ ਗਰੀਬ ਤਬਕੇ ਦੇ ਲੋਕ ਨੇ ਉਹ ਜ਼ਿਆਦਾ ਹਰਾਸ ਹੁੰਦੇ ਆ। ਫੋਰ ਐਗਜ਼ਾਮਪਲ ਜੋ ਪਬਲਿਕ ਸਰਵਿਸਿਸ ਪ੍ਰੋਵਾਈਡ ਕੀਤੇ ਨੇ, ਸੁਵਿਧਾ ਸੈਂਟਰ ਜਾਂ ਮੇਨ ਰੈਵਨਿਊ ਜੋ ਵੀ ਡਿਪਾਰਟਮੈਂਟਸ ਨੇ ਉਹਨਾਂ ਦੇ ਵਿੱਚ ਜੇ ਕੋਈ ਆਫਿਸਰ ਤੁਹਾਨੂੰ ਚਾਰਜੇਬਲ ਫੀਸ ਤੋਂ ਜ਼ਿਆਦਾ ਡਿਮਾਂਡ ਕਰਦਾ ਤਾਂ ਆਪਾਂ ਨੂੰ ਮਤਲਬ ਪਹੁੰਚ ਕਿਹਦੇ ਕਰਨੇ ਕੋਲੇ ਚਾਹੀਦੀ ਹੈ। ਵਿਜੀਲੈਂਸ ਬਿਊਰੋ ਦੀ ਵੈਬਸਾਈਟ, ਗੌਰਮੈਂਟ ਆਫ ਪੰਜਾਬ ਦੀ ਵੈਬਸਾਈਟ 'ਤੇ ਵਿਜੀਲੈਂਸ ਬਿਊਰੋ ਦਾ ਇੱਕ ਪੋਰਟਲ ਹੈ, ਉਸਦੇ ਅੱਗੇ ਜੋ ਟੋਲ ਫਰੀ ਨੰਬਰ ਹੈ ਉਸ 'ਤੇ ਤੁਸੀਂ ਔਨਲਾਈਨ ਕੰਪਲੇਂਟ ਵੀ ਦਰਜ ਕਰਵਾ ਸਕਦੇ ਹੋ, ਜਾਂ ਤੁਸੀਂ ਇਹਨਾਂ ਦੇ ਹੈੱਡ ਆਫਿਸ ਜਾ ਕੇ ਜਾਂ ਪੰਜਾਬ ਸਟੇਟ ਦੇ ਵਿੱਚ ਅਲੱਗ-ਅਲੱਗ ਰੇਂਜਸ ਬਣੀਆਂ ਹੋਈਆਂ ਨੇ, ਉੱਥੇ ਵੀ ਤੁਸੀਂ ਆਪਣੀ ਕੰਪਲੇਂਟ ਹੈ ਜਾਂ ਜੋ ਵੀ ਤੁਹਾਡਾ ਮੈਟਰ ਹੈ ਉਸ ਨੂੰ ਤੁਸੀਂ ਆਫਿਸਰ ਸਾਹਿਬਾਨ ਨੂੰ ਸੁਣਾ ਸਕਦੇ ਹੋ, ਤਾਂ ਤੁਹਾਡੀ ਜੋ ਪੂਰੀ ਤਰ੍ਹਾਂ ਮਦਦ ਕਰਨਗੇ। ਠੀਕ ਹੈ ਜੀ। ਐਂਡ ਨੈਕਸਟ ਆਪਾਂ ਜੇ ਦੇਖਿਆ ਜਾਵੇ ਤਾਂ ਜੋ ਕੋਈ ਵੀ ਇਨਵੈਸਟੀਗੇਸ਼ਨ ਦਾ ਮੇਨ ਹੈ ਕਿਸੇ ਵੀ ਕੰਪਲੇਂਟ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋ ਸਕਦੀ ਹੈ, ਕੋਈ ਵਿਜੀਲੈਂਸ ਇਨਕੁਆਇਰੀ ਹੋ ਸਕਦੀ ਹੈ। ਫੋਰ ਐਗਜ਼ਾਮਪਲ ਕੰਪਲੇਂਟ ਤੋਂ ਸ਼ੁਰੂ ਹੋਈ ਤਾਂ ਉਹਨੂੰ ਵਿਜੀਲੈਂਸ ਇਨਕੁਆਇਰੀ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਜਾਂ ਵਿਜੀਲੈਂਸ ਇਨਕੁਆਇਰੀ ਸ਼ੁਰੂ ਹੋਈ ਹੈ ਤਾਂ ਜੇ ਇਨਵੈਸਟੀਗੇਟਿੰਗ ਆਫਿਸਰ ਦੇ ਹੱਥ ਕੋਈ ਅੱਛੇ ਐਵੀਡੈਂਸਸ ਲੱਗਦੇ ਆ ਤਾਂ ਉਹਨੂੰ FIR ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਹੈ। ਜੋ ਇਨਵੈਸਟੀਗੇਸ਼ਨ ਆਫਿਸਰ ਹੈ
ਗੌਰਮੈਂਟ ਆਫ ਇੰਡੀਆ ਦੀ ਜੋ ਵੀ ਐਕਟ ਦੇ ਅਕੋਰਡਿੰਗ ਗਾਈਡਲਾਈਨਸ ਨੇ, ਜੋ ਮੈਟਰੋਪੋਲੀਟੀਅਨ ਸਿਟੀਜ਼ ਨੇ, ਤਾਂ ਹਰੇਕ ਜੋ ਇਸ ਵਿਜੀਲੈਂਸ ਮੁਕੱਦਮੇ ਨੂੰ ACP ਦੇ ਰੈਂਕ ਤੋਂ ਨੀਚੇ ਦਾ ਬੰਦਾ ਇਨਵੈਸਟੀਗੇਟ ਨਹੀਂ ਕਰ ਸਕਦਾ। ਪੰਜਾਬ ਦੇ ਵਿੱਚ DSP ਜੋ ਇਸ ਨੂੰ ਮੋਨੀਟਰ ਕਰਦੇ ਨੇ, ਉਹਨਾਂ ਦੀ ਜੋ ਮਤਲਬ ਹੈੱਡ ਦੇ ਵਿੱਚ ਇਹ ਜਿਹੜੇ ਸਾਰਾ ਮੁਕੱਦਮਾ ਉਹਦਾ ਇਨਵੈਸਟੀਗੇਟ ਕੀਤਾ ਜਾਂਦਾ ਹੈ। ਅਤੇ ਇਹਦੇ ਅਲੱਗ-ਅਲੱਗ ਵਿੰਗ ਨੇ, ਫੋਰ ਐਗਜ਼ਾਮਪਲ ਇਕਨੋਮਿਕ ਵਿੰਗ ਹੈ ਐਂਡ ਟੈਕਨੀਕਲ ਵਿੰਗ ਹੈ। ਉਸ ਤੋਂ ਇਲਾਵਾ ਜੋ ਵੀ ਬੰਦਾ ਅਪਰੋਚ ਕਰੇਗਾ ਵਿਜੀਲੈਂਸ ਬਿਊਰੋ ਨੂੰ ਜਾਂ ਡਿਪਾਰਟਮੈਂਟ ਨੂੰ, ਉਹ ਆਪਣੀ ਕੰਪਲੇਂਟ ਦੇ ਸਕਦਾ ਹੈ, ਬਟ ਉਸਨੂੰ ਆਪਣਾ ਜੋ ਵੀ ਹੈ ਨਾਮ ਜਾਂ ਆਪਣਾ ਥੋੜ੍ਹਾ ਬਹੁਤ ਪਤਾ ਦੱਸਣਾ ਪੈਣਾ ਕਿ ਮੇਰਾ ਇਸ ਰਿਗਾਰਡਿੰਗ, ਬਿਕੋਜ਼ ਕਿਉਂਕਿ ਕੁਛ ਐਕਟ ਦਾ ਇੱਦਾਂ ਵੀ ਹੁੰਦਾ, ਕੁਛ ਮਿਸਯੂਜ਼ ਵੀ ਕਰਦੇ ਆ ਕੁਛ ਲੋਕ, ਕਿ ਕਿਸੇ ਨੂੰ ਜਾਣ ਤੋਂ ਕੇ ਫਸਾਉਣ ਦੇ ਖਾਤਰ ਵੀ ਕੁਛ ਲੋਕ ਯੂਜ਼ ਕਰਦੇ ਨੇ। ਤਾਂ ਇੱਕ ਹੋਰ ਗੱਲ ਹੈ ਕਿ ਜੋ ਇਹ ਐਕਟ ਹੈ, ਇਹ PC ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, ਇਹਨੂੰ 2018 ਦੇ ਵਿੱਚ ਕੁਛ ਅਮੈਂਡਮੈਂਟਸ ਕੀਤੀਆਂ ਗਈਆਂ ਨੇ। ਇਹਦੇ ਵਿੱਚ ਕੁਛ ਉਸਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 17A ਐਂਡ ਇੱਕ ਜੋ ਸੈਕਸ਼ਨਸ ਨੇ ਜੋ ਇਨਕਲੂਡ ਕੀਤੇ ਗਏ ਨੇ, 7A ਐਂਡ 8 ਐਂਡ 17A, ਜੋ ਮੇਨ ਕਾਫੀ ਅਮੈਂਡਮੈਂਟਸ ਨੇ, ਥੋੜ੍ਹੀਆਂ ਬਹੁਤ, ਬਟ ਜੋ ਮੇਨ ਹੈ ਉਹ ਆਪਾਂ ਡਿਸਕਸ ਕਰਾਂਗੇ। ਦੇਖੋ ਹੁਣ ਕਈ ਵਾਰ ਕੀ ਹੁੰਦਾ ਕਿ ਬੰਦਾ ਜਾਣ ਬੁੱਝ ਕੇ ਕਿਸੇ ਪਬਲਿਕ ਸਰਵੈਂਟ ਨੂੰ ਫਸਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਜੇ ਹੁਣ ਕੋਈ ਕੰਪਲੇਂਟ ਮੰਨ ਲਓ ਫ੍ਰਿਵਲੇਸ ਲੱਗੀ ਜਾਂ ਮਤਲਬ ਗਲਤ ਲੱਗੀ ਇਹ ਵਿਜੀਲੈਂਸ ਬਿਊਰੋ ਨੂੰ, ਤਾਂ ਉਹ ਜਿਹੜੇ ਨੇ ਦਰਜ ਕਰਾਈ ਹੈ ਵੀ ਮਤਲਬ ਕਿਸੇ ਪਬਲਿਕ ਸਰਵੈਂਟ ਨੂੰ ਹਰਾਸ ਕਰਨ ਦੇ ਲਈ, ਉਸ 'ਤੇ ਵੀ ਮਤਲਬ ਜੋ ਕੀ ਹੈ ਵਾਪਿਸ ਉਸ 'ਤੇ ਵੀ ਮੁਕੱਦਮਾ ਦਰਜ ਹੋ ਸਕਦਾ ਹੈ। 7A ਜੋ ਮਤਲਬ ਦੇ ਰਿਹਾ ਰਿਸ਼ਵਤ, ਐਂਡ 8 ਸੈਕਸ਼ਨ ਲੱਗਦਾ ਜੋ ਲੈ ਰਿਹਾ। ਐਂਡ ਇਸ 'ਤੇ ਇੱਕ ਹੋਰ ਇੱਕ ਮੇਜਰ ਅਮੈਂਡਮੈਂਟ ਹੈ 17A ਸੈਕਸ਼ਨ ਜੋ ਇਨਕਲੂਡ ਕੀਤਾ ਗਿਆ। ਇਹ 17A ਦੇ ਵਿੱਚ ਇਹ ਹੈ ਕਿ ਪਹਿਲਾਂ ਵਿਜੀਲੈਂਸ ਬਿਊਰੋ ਕੀ ਸੀਗਾ ਕਿ ਕਿਸੇ ਵੀ ਪਬਲਿਕ ਸਰਵੈਂਟ ਨੂੰ ਵਿਦਾਊਟ ਪ੍ਰਾਇਰ ਜੋ ਸੈਂਕਸ਼ਨ ਸੀ ਡਿਪਾਰਟਮੈਂਟ ਦੀ, ਜੋ ਉਸਦਾ ਅਪੋਇੰਟਿੰਗ ਡਿਪਾਰਟਮੈਂਟ ਹੈ, ਉਸ 'ਤੇ ਪ੍ਰਾਇਰ ਸੈਂਕਸ਼ਨ ਤੋਂ ਬਿਨਾਂ ਜੋ ਹੈ ਆਪਣੇ ਪ੍ਰੋਸੀਕਿਊਟ ਕਰਨਾ ਸ਼ੁਰੂ ਕਰ ਸਕਦਾ ਸੀਗਾ ਕਿਸੇ ਵੀ ਪਬਲਿਕ ਸਰਵੈਂਟ ਨੂੰ। ਬਟ ਹੁਣ 17A ਦੇ ਵਿੱਚ ਕੁਛ ਰਿਲੈਕਸੇਸ਼ਨ ਦਿੱਤੀ ਹੈ ਕਿ ਕਿਸੇ ਵੀ ਪਬਲਿਕ ਸਰਵੈਂਟ ਨੂੰ ਪ੍ਰੋਸੀਕਿਊਟ ਕਰਨ ਤੋਂ ਪਹਿਲਾਂ ਉਸਦੇ ਜੋ ਅਪੋਇੰਟਿੰਗ ਅਥੋਰਿਟੀ ਹੈ, ਅਪੋਇੰਟਿੰਗ ਡਿਪਾਰਟਮੈਂਟ ਹੈ, ਉਸ ਤੋਂ ਉਹਨਾਂ ਨੂੰ ਸੈਂਕਸ਼ਨ ਲੈਣੀ ਜ਼ਰੂਰੀ ਹੈ ਇਨਵੈਸਟੀਗੇਟਿੰਗ ਆਫਿਸਰ ਨੂੰ। ਬਟ ਇਸ ਦੇ ਵਿੱਚ ਐਕਸੈਪਸ਼ਨ ਹੈ ਰੈੱਡ ਹੈਂਡਡ ਕੇਸਿਸ ਦੇ ਵਿੱਚ। ਰੈੱਡ ਹੈਂਡਡ ਕੇਸਿਸ ਦੇ ਵਿੱਚ ਜੋ ਕੋਈ ਬੰਦਾ ਰਿਸ਼ਵਤ ਲੈਂਦਾ ਐਟ ਦਾ ਸਪੋਇਟ, ਰੈੱਡ ਹੈਂਡਡ ਮੀਨਸ ਉਹਨਾਂ ਦਾ ਜੋ ਟਰੈਪ ਜੋ ਉਹਨਾਂ ਨੇ ਲਗਾਇਆ ਹੁੰਦਾ, ਉਸ ਦੇ ਵਿੱਚ ਜੇ ਕੋਈ ਬੰਦਾ ਐਟ ਏ ਟਾਈਮ ਬਰਾਈਬ, ਉਹ ਆਪਣੇ ਜੋ ਵੀ ਮਨੀ ਆ ਉਸ 'ਤੇ ਇੱਕ ਉਸ 'ਤੇ ਇੱਕ ਪਾਰਟੀਕੂਲਰ ਕੈਮੀਕਲ ਲਗਾਉਂਦੇ ਆ, ਤਾਂ ਉਸ ਤੋਂ ਬਾਅਦ ਜੋ ਉਸਨੂੰ ਟੱਚ ਕਰਦਾ ਆਪਣੇ ਹੱਥਾਂ ਨੂੰ, ਉਸ ਤੋਂ ਬਾਅਦ ਉਸਦੇ ਉਹ ਜਿਹੜਾ ਕਲਪਰੇਟ ਹੈ ਉਸਨੂੰ ਆਪਣਾ ਉਸਦੇ ਹੱਥ ਜੋ ਧਵਾਏ ਜਾਂਦੇ ਆ, ਤਾਂ ਇੱਕ ਜਿਹੜਾ ਸੋਲਿਊਸ਼ਨ ਆ ਉਹ ਪਿੰਕ ਕਲਰ ਦਾ ਹੋ ਜਾਂਦਾ, ਗੁਲਾਬੀ ਕਲਰ ਦਾ ਹੋ ਜਾਂਦਾ। ਇਟ ਮੀਨਸ ਉਸਨੂੰ ਐਟ ਦਾ ਸਪੋਟ ਉਸਨੂੰ ਕਿਹਾ ਜਾਂਦਾ ਕਿ ਰੰਗੇ ਹੱਥੀਂ ਫੜੇ ਜਾਣਾ। ਰੰਗੇ ਹੱਥੀਂ ਫੜੇ ਕੇਸ ਤੋਂ ਛੱਡ ਕੇ ਬਾਕੀ ਸਾਰੇ ਜੋ ਵੀ ਇਹ ਵਿਜੀਲੈਂਸ ਇਨਕੁਆਇਰੀ ਹੈ ਜਾਂ ਆਪਣਾ FIR ਉਹਨਾਂ ਦੇ ਵਿੱਚ ਪ੍ਰਾਇਰ ਜੋ ਅਪਰੂਵਲ ਆਫ ਅਪੋਇੰਟਿੰਗ ਅਥੋਰਿਟੀ ਦੀ ਲੈਣੀ ਨੈਸੈਸਰੀ ਹੈ। ਇਸ ਦੇ ਵਿੱਚ ਜੋ ਮੇਨ ਜੋ ਕ੍ਰਿਟਿਕਸ ਨੇ ਜੋ ਇਸ ਨੂੰ ਨਿੰਦਿਆ ਵੀ ਕੀਤੀ ਹੈ ਜਿਹੜੀ ਅਮੈਂਡਮੈਂਟ ਦੀ, ਕਿ ਜੋ ਗਵਰਨਮੈਂਟ ਹੈ ਉਹ ਆਪਣੇ ਪਬਲਿਕ ਸਰਵੈਂਟ ਨੂੰ ਦੀ ਸੇਫ ਸਾਈਡ ਲੈ ਰਹੀ ਹੈ, ਮੀਨਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਿਕੋਜ਼ ਵਿਜੀਲੈਂਸ ਬਿਊਰੋ ਕੋਲ ਹੁਣ ਇਹ ਨਹੀਂ ਹੈ ਕਿ ਹਰੇਕ ਨੂੰ ਵਿਦਾਊਟ ਸੈਂਕਸ਼ਨ ਉਹ ਉਸਨੂੰ ਪ੍ਰੋਸੀਕਿਊਟ ਨਹੀਂ ਕਰ ਸਕਦੇ। ਬਟ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੋਰ ਵੀ ਹੈ ਕਿ ਦੇਖੋ ਕੋਈ ਬੰਦਾ ਫੋਰ ਐਗਜ਼ਾਮਪਲ ਆਪਣੇ ਇਲੀਗਲ ਮੀਨਸ ਦੇ ਨਾਲ ਆਪਣਾ ਗਲਤ ਕੰਮ ਕਰਵਾਉਣ ਦਾ ਕੋਸ਼ਿਸ਼ ਕਰੇ, ਤਾਂ ਇਹਦੇ ਵਿੱਚ ਹੁਣ ਇਕੁਅਲ ਪਨਿਸ਼ਮੈਂਟ ਹੈ ਗਿਵਨ ਕਰਪਸ਼ਨ ਦੇਣ ਵਾਲੇ ਨੂੰ ਅਤੇ ਲੈਣ ਵਾਲੇ ਨੂੰ ਵੀ। ਅਤੇ ਮੇਜਰ ਜੋ ਕ੍ਰਿਟਿਕ ਆਪਾਂ ਦੱਸ ਹੀ ਚੁੱਕੇ ਹਾਂ ਕਿ ਅਪਰੂਵਲ ਦਾ ਹੈ ਕਿ ਅਪਰੂਵਲ ਲੈਣੀ ਪੈਂਦੀ ਹੈ, ਪ੍ਰਾਇਰ ਅਪਰੂਵਲ ਅਪੋਇੰਟਿੰਗ ਅਥੋਰਿਟੀ ਵੱਲੋਂ। ਤਾਂ ਇਹਦੇ ਲਈ ਥੋੜ੍ਹੀਆਂ ਜਿਹੀਆਂ ਜੋ ਮੁਸ਼ਕਿਲਾਂ ਇਨਵੈਸਟੀਗੇਟਿੰਗ ਅਥੋਰਿਟੀ ਲਈ ਆ ਵੀ ਜਾਂਦੀਆਂ। ਐਂਡ ਸੈਕਿੰਡ ਜੇ ਆਪਾਂ ਇਸ ਦਾ ਜਰਨਲ ਜਾਂ ਸੈਟਅਪ ਦੇਖੀਏ ਤਾਂ ਇਹਦੇ ਫਲਾਇੰਗ ਸਕੁਐਡ ਨੇ ਆਪਣੇ ਅੰਮ੍ਰਿਤਸਰ ਦੇ ਵਿੱਚ, ਇਹਦੀਆਂ ਅਲੱਗ-ਅਲੱਗ ਪੰਜਾਬ ਦੇ ਵਿੱਚ ਰੇਂਜਸ ਬਣੀਆਂ ਹੋਈਆਂ ਨੇ। ਅੰਮ੍ਰਿਤਸਰ ਰੇਂਜ, ਜਲੰਧਰ ਰੇਂਜ, ਰੂਪਨਗਰ, SS ਨਗਰ, ਮੋਹਾਲੀ, ਅਤੇ ਅਲੱਗ-ਅਲੱਗ ਵਿੰਗ ਨੇ ਜਿੱਦਾਂ ਇਕਨੋਮਿਕ ਵਿੰਗ ਹੋ ਗਿਆ, ਟੈਕਨੀਕਲ ਵਿੰਗ ਹੋ ਗਿਆ, ਓਕੇ। ਐਂਡ ਇਸ ਦੇ ਵਿੱਚ ਰੇਂਜਸ ਦੇ ਵਿੱਚ ਜਿਹੜਾ ਇਹਨਾਂ ਨੂੰ ਹੈੱਡ ਕਰਦੇ ਨੇ, ਹਰੇਕ ਰੇਂਜ ਦੇ ਇੱਕ ਹੈੱਡ SSP ਨੇ,
ਤੇ 8 ਸੀਨੀਅਰ ਸੁਪਰਡੈਂਟ ਆਫ ਪੁਲਿਸ ਹੈ ਫੰਕਸ਼ਨ ਕਰਦੇ ਨੇ ਆਪਣਾ ਵਿਜੀਲੈਂਸ ਰੇਂਜਸ ਦੇ ਵਿੱਚ। ਰੇਂਜਸ ਹੈਗੀਆਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਰੂਪਨਗਰ ਐਂਡ SS ਨਗਰ, ਮੋਹਾਲੀ ਐਂਡ ਫਰੀਦਕੋਟ ਐਟ ਦੇਅਰ ਹੈੱਡਕੁਆਟਰਸ। ਇਹਨਾਂ ਦੇ SSP ਜੋ ਇਹਨਾਂ ਦੇ ਹੈੱਡ ਨੇ, ਅਤੇ ਇਹਨਾਂ ਦੇ ਅੰਡਰ ਕਾਫੀ DSPs ਜੋ ਕੰਮ ਕਰਦੇ ਨੇ, ਜੋ ਆਪਣੇ ਏਰੀਆ ਦੇ ਰੇਂਜਸ ਦੇ ਮੁਕੱਦਮੇ ਉਹਨਾਂ ਨੂੰ ਇਨਵੈਸਟੀਗੇਟ ਕਰਦੇ ਨੇ। ਇਹਨਾਂ ਦੇ ਜਿਹੜੇ ਫਲਾਇੰਗ ਸਕੁਐਡ ਮਤਲਬ ਉੱਡਣ ਦਸਤੇ ਹੈ, ਉਹ ਅਲੱਗ-ਅਲੱਗ ਜਗ੍ਹਾ 'ਤੇ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ ਉਹਨਾਂ ਨੂੰ ਚੈੱਕ ਕਰਦੇ ਨੇ ਕਿ ਅਨਨੈਸੈਸਰੀ ਕੋਈ ਡੀਲਿੰਗ ਹੈਂਡ ਜਾਣ ਬੁੱਝ ਕੇ ਤਾਂ ਕਿਸੇ ਨੂੰ ਮਤਲਬ ਆਪਣੇ ਕੰਮ ਨੂੰ ਡਿਲੇ ਤਾਂ ਨਹੀਂ ਕਰ ਰਿਹਾ, ਕਿ ਬਿਕੋਜ਼ ਜੇ ਡਿਲੇ ਹੋਏਗਾ ਤਾਂ ਓਬਵੀਅਸ ਹੈ ਜੋ ਉਹਨਾਂ ਦਾ ਕਲਾਇੰਟ ਹੈ ਜੋ ਆਪਣੀ ਪਬਲਿਕ ਸਰਵਿਸਿਸ ਨੂੰ ਲੈ ਰਿਹਾ ਤਾਂ ਉਹਨਾਂ ਕੋਲ ਅਪਰੋਚ ਕਰੇਗਾ ਵੀ ਮੇਰਾ ਕੰਮ ਜਲਦੀ ਕਰ ਜੋ ਤੁਸੀਂ ਬਣਦਾ ਕੁਛ ਲੈ ਲਵੋ। ਇਟ ਮੀਨਸ ਇਹ ਵੀ ਸੁਪਰਵਾਈਜ਼ ਕਰਦੇ ਹੈ ਇਹ ਰੇਂਜਸ ਦੇ ਜੋ ਇੰਪਲਾਈਜ਼ ਨੇ ਕਿ ਕਿਸੇ ਵੀ ਪਬਲਿਕ ਜੋ ਅਥੋਰਿਟੀ ਹੈ ਜਾਂ ਕੋਈ ਵੀ ਆਫਿਸਿਸ ਹੈ ਇੰਸ਼ੋਰ ਕਰਦੇ ਨੇ ਕਿ ਉੱਥੇ ਅਨਨੈਸੈਸਰੀ ਜੋ ਪਬਲਿਕ ਨੂੰ ਜੋ ਵੀ ਸਰਵਿਸਿਸ ਪ੍ਰੋਵਾਈਡ ਕੀਤੀਆਂ ਨੇ ਅਤੇ ਅਨਨੈਸੈਸਰੀ ਡਿਲੇ ਹੋ ਰਿਹਾ ਵੇ। ਕੁਛ ਸਰਵਿਸਿਸ ਦੇ ਮਤਲਬ ਡੇਜ਼ ਫਿਕਸ ਕੀਤੇ ਕਿ ਪਾਰਟੀਕੂਲਰ ਸਰਵਿਸ ਲਈ ਇੰਨੇ ਡੇ ਮੈਕਸੀਮਮ ਹੈ, ਇਸ ਤੋਂ ਵੱਧ ਮੈਕਸੀਮਮ ਡਿਲੇ ਕੋਈ ਵੀ ਗਵਰਨਮੈਂਟ ਇੰਪਲਾਈ ਨਹੀਂ ਕਰ ਸਕਦਾ। ਦੇਖਿਆ ਜਾਵੇ ਵਰਕ ਪਰਫੋਰਮੈਂਸ ਦੇਖਿਆ ਜਾਵੇ ਤਾਂ ਅੱਛੀ ਰਹੀ ਹੈ। ਜਿਹੜਾ ਇਹ ਸਾਰਾ ਮੈਂ ਜੇ ਡੇਟਾ ਜੇ ਐਨੂਅਲ ਗੈਜਟ ਆਫ ਪੰਜਾਬ ਦੇ ਵਿੱਚੋਂ ਚੱਕਿਆ ਹੈ ਅਤੇ 2020 ਦੇ ਵਿੱਚ 6 ਵਿਜੀਲੈਂਸ ਕੇਸਿਸ ਜੋ ਡੇਟਾ ਹੈ ਮੀਨ ਟੂ ਸੇ ਰਜਿਸਟਰ ਕੀਤੇ ਗਏ ਨੇ। ਜਿਹੜਾ ਮੇਨ ਗੱਲ ਹੈ ਕਿ ਕਨਵਿਕਸ਼ਨ ਰੇਟ ਕਿੰਨਾ ਰਹਿੰਦਾ। ਕਨਵਿਕਸ਼ਨ ਰੇਟ ਇੰਨਾ ਜ਼ਿਆਦਾ ਨਹੀਂ ਹੈ, ਮੀਨ ਟੂ ਸੇ 18 ਜਿਹੜਾ ਕਨਵਿਕਸ਼ਨ ਰੇਟ from 35% in the year 2019 to 18 in the 2020। ਦੇਖੋ ਕਨਵਿਕਸ਼ਨ ਰੇਟ ਥੋੜ੍ਹਾ ਘੱਟ ਹੋਣ ਦਾ ਮੀਨ ਟੂ ਸੇ ਕੀ ਹੈ ਕਿਉਂਕਿ ਜੋ ਵੀ FIR ਤੋਂ ਬਾਅਦ ਇਨਵੈਸਟੀਗੇਟਿੰਗ ਆਫਿਸਰ ਹੈ ਇਹਨੂੰ ਕੋਰਟ ਦੇ ਵਿੱਚ ਲੈ ਕੇ ਜਾਂਦਾ ਟਰਾਇਲ ਦੇ ਲਈ। ਮੇਨ ਕੁਛ ਇਸ਼ੂ ਜੋ ਸਾਹਮਣੇ ਆਉਂਦੇ ਨੇ ਕਿ ਉੱਥੇ ਜਿਹੜੇ ਵਿਟਨੈਸਿਸ ਹੁੰਦੇ ਨੇ ਉਹ ਆਪਣੀਆਂ ਗਵਾਹੀਆਂ ਤੋਂ ਮੁੱਕਰ ਜਾਂਦੇ ਨੇ। ਗਵਾਹੀਆਂ ਤੋਂ ਮੁੱਕਰ ਜਾਣ ਕਰਕੇ ਉਹਨਾਂ ਦਾ ਜੋ ਮਤਲਬ ਜੋ ਕੇਸ ਆ ਉਹ ਥੋੜ੍ਹਾ ਵੀਕ ਹੋ ਜਾਂਦਾ ਅਤੇ ਇਹਦੇ ਕਰਕੇ ਕਨਵਿਕਸ਼ਨ ਰੇਟ ਕਈ ਦਫਾ ਕਾਫੀ ਲੋ ਚੱਲਿਆ ਜਾ ਰਿਹਾ ਬਟ ਫਿਰ ਵੀ ਕੁਛ ਇਸ ਦੇ ਵਿੱਚ ਕਾਫੀ ਸੁਧਾਰ ਹੋਇਆ ਪਿਛਲੇ ਸਮੇਂ ਦੇ ਵਿੱਚੋਂ। ਇਸ ਦੇ ਵਿੱਚ ਜੋ ਗਵਾਹੀਆਂ ਤੋਂ ਮੁੱਕਰ ਜਾਂਦੇ ਉਹਨਾਂ ਨੇ ਆਪਣੇ ਪਬਲਿਕ ਆਫਿਸ ਦਾ ਟਾਈਮ ਵੇਸਟ ਕੀਤਾ ਤਾਂ ਉਸ ਦੇ ਲਈ ਵੀ ਇੱਕ ਪ੍ਰੋਵੀਜ਼ਨ ਹੈ। ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ ਉਸ ਦੇ ਵਿਰੁੱਧ ਵੀ 340 CRPC ਦੇ ਅੰਡਰ ਐਪਲੀਕੇਸ਼ਨ ਫਾਈਲ ਕਰੇਗਾ ਕਿ ਇਹਨੇ ਜੋ ਵਿਟਨੈਸ ਹੈ ਗਵਾਹ ਮੁੱਕਰਿਆ ਉਸਦੇ ਅਗੇਨਸਟ ਕਾਰਵਾਈ ਕੀਤੀ ਜਾਵੇ। ਹੁਣ ਦੇਖਿਆ ਜਾਵੇ ਤਾਂ ਇਹ ਹੋ ਗਿਆ ਵਿਜੀਲੈਂਸ ਬਿਊਰੋ। ਲੋਕ ਆਯੁਕਤਾ ਦਾ ਕੀ ਕੰਮ ਹੈ। ਲੋਕ ਆਯੁਕਤਾ ਸਟੇਟ ਗੌਰਮੈਂਟ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਪੰਜਾਬ ਦੇ ਵਿੱਚ। ਲੋਕ ਆਯੁਕਤਾ ਜੀ ਤੈਨਾਤ ਨੇ। ਉਹ ਆਪਣੇ ਕੋਈ ਵੀ ਸਿਟੀਜ਼ਨ ਹੈ ਜਿਹੜਾ ਪੰਜਾਬ ਦਾ ਉਹ ਇੱਕ ਆਪਣੀ ਐਪਲੀਕੇਸ਼ਨ 'ਤੇ 1000 ਰੁਪਇਆ ਫੀਸ ਦੇ ਕੇ ਆਪਣੀ ਕੋਈ ਐਪਲੀਕੇਸ਼ਨ ਦੇ ਸਕਦਾ। ਲੋਕ ਆਯੁਕਤਾ ਉਸ 'ਤੇ ਹੁਕਮ ਦੇ ਸਕਦਾ ਕਿ ਇਸ 'ਤੇ ਪਾਰਟੀਕੂਲਰ ਇਨਕੁਆਇਰੀ ਸ਼ੁਰੂ ਕੀਤੀ ਜਾਵੇ। ਉਹ ਜਿਹੜੇ ਲੋਕ ਆਯੁਕਤਾ ਦੇ ਦਾਇਰੇ ਦੇ ਵਿੱਚ ਸਾਰੇ ਹੀ ਮਤਲਬ ਪੋਲੀਟੀਕਲ ਲੀਡਰਸ ਹੋ ਗਏ ਗਰੁੱਪ ਏ ਦੇ ਜਿੰਨੇ ਵੀ ਇੰਪਲਾਈਜ਼ ਆ ਉਹ ਸਾਰੇ ਇਸ ਦੇ ਦਾਇਰੇ ਵਿੱਚ ਆਉਂਦੇ ਨੇ। ਉਹ ਲੋਕ ਆਯੁਕਤਾ ਕਿਸੇ ਵੀ ਪਾਰਟੀਕੂਲਰ ਇਨਵੈਸਟੀਗੇਸ਼ਨ ਲਈ ਹੁਕਮ ਜਾਰੀ ਕਰ ਸਕਦਾ ਹੈ। ਮੀਨ ਟੂ ਸੇ ਆਪਣਾ ਮੇਨ ਮਕਸਦ ਇਹ ਹੈ ਕਿ ਅਵੇਅਰਨੈਸ ਹੋਵੇ ਇਸ ਟੋਪਿਕ 'ਤੇ। ਕਰਪਸ਼ਨ ਨੂੰ ਕਿੰਨਾ ਜ਼ਿਆਦਾ ਘਟਾਇਆ ਜਾ ਸਕਦਾ ਉਸ ਦੇ ਲਈ ਜਿਹੜਾ ਇਹ ਵਿਜੀਲੈਂਸ ਬਿਊਰੋ ਦੇ ਇੰਪਲਾਈ ਦਿਨ ਰਾਤ ਮਿਹਨਤ ਕਰਦੇ ਨੇ ਐਂਡ ਇਸ ਨੂੰ ਰੇਂਜਸ ਦੇ ਅਕੋਰਡਿੰਗ ਜੋ ਵੀ ਹੈ ਇਹਨਾਂ ਨੇ ਆਪਣੇ ਕੰਪਲੇਂਟ ਟੋਲ ਫ੍ਰੀ ਨੰਬਰ ਜੋ ਅਸਾਈਨ ਕੀਤੇ ਹੋਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਪਬਲਿਸ਼ ਕਰਨਾ ਚਾਹੀਦਾ ਔਰ ਵੱਧ ਤੋਂ ਵੱਧ ਅਵੇਅਰਨੈਸ ਜਿਸ ਦੀ ਹੈ ਇਸ ਦੇ ਰਿਗਾਰਡਿੰਗ ਕਰਨੀ ਚਾਹੀਦੀ ਹੈ। ਥੈਂਕ ਯੂ ਵੈਰੀ ਮੱਚ।